हम अज्ञान अल्प मत थोरी, तुम अपन बिरद रखावो। तुमरी शरण तुम्हारी आशा, तुम ही सजन सोहेले। राखो रखनहार दयाला, नानक घर के गोले। राखो रखनहार दयाला, नानक घर के गोले। बदबख्त हम चूं बखील गाफिल, बेनजर बेबाक। नानक बुगोयद जन तुरा, तेरे चाकरा पाख। नानक बुगोयद जन तुरा, तेरे चाकरा पाख। साहिब सतगुरु बाला प्रीतम अष्टम बलबीरा श्री गुरु हरकृष्ण साहब पातशाह महाराज गुरुदेव दे मुबारक चरण छो प्राप्त मुकद्दस स्थान गुरुद्वारा बंगला साहिब की यात्रा करते हैं। जुगो जुग अटल शब्द गुरु, कलयुग दे तारनहार, गुणा दे भंडार, सारी मानवता नूं प्यार दा एकता दा संदेश दृढ़ाउण वाले सच्चे सतगुरु श्री गुरु ग्रंथ साहिब पिता महाराज जी की पवित्र हजूरी विच सजे हुए दीवान विच हाजरियां भरदियां जुड़ बैठे सत्संगी जनों, मालिक दा तरस होया जो गुरु साहिब जी की गोद विच जुड़न दा सुभाग समा मिलिया। रब्बी बाणी दा फैसला है, पातशाह दे वचन हन कि जाके मस्तक करम प्रभ पाए, साध शरण नानक ते आए। जिन्हां उत्ते अकाल पुरख जी ने आप तरस कीता है, वो सत्संगत रूप में जुड़ते हैं। आप जियां ने जुड़ बैठ के दरगाही उपदेश जिसनों आप गुरबाणी, गुरशबद, गुरु का उत्तम सिद्धांत कह के जपदे हैं। भाव अमृत बाणी का नितनेम उपरंत रागी सिंघां पासों आसा की वार का कीर्तन शब्द कीर्तन सरवण किया। सो मालिक जी की मर्यादा जो गुरु घर विच जिवें सुनना ते मनण की गल है, ते सुनन तो बाद समझना है, विचारना है। विचार अधीन अज दा अमृत वाक गौड़ी राग विच है। सतगुरु गुरु अमरदास साहब जी के उच्चारण किए बचन, तिन्हां दा मूल पाठ गुरु के वजीर साहब पासों बड़े प्यार नाल सरवण किया है। आओ सतगुरु महाराज अज की प्रेरणा दे रहे ने कि अज साडे वास्ते गुरु का हुक्म है, किवें सतगुरु जीवन सवारन की मर्यादा समझा रहे हैं। गुरु के अमृत बचनां नाल जुड़ना करिए जी। विचार की सांझ तो पहलों मनोबिरतियां एकागर करदियां लगाओ हाजरी। फतेह की प्रवानगी बख्शो, कोई रसना वांझी ना रवे। बुलाओ फतेह। वाहे गुरु जी का खालसा,
ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਗੌੜੀ ਬੈਰਾਗਣ ਮਹੱਲਾ ਤੀਜਾ। ਰਾਗ ਗੌੜੀ ਹੈ, ਨਾਲ ਰਾਗਣੀ ਬੈਰਾਗਣ ਸ਼ਾਮਲ ਹੈ, ਕਿਉਂਕਿ ਅਲੱਗ-ਅਲੱਗ ਕਿਸਮਾਂ ਨੇ। ਗੌੜੀ ਚੇਤੀ, ਗੌੜੀ ਬੈਰਾਗਣ, ਦੱਖਣੀ ਕਿਸਮ ਦੀ ਵੀ ਹੈ। ਇਹ ਅਲੱਗ-ਅਲੱਗ ਸਿਰਲੇਖ ਵਿੱਚ ਹਵਾਲੇ ਦਿੱਤੇ ਨੇ। ਤੇ ਸਤਿਗੁਰੂ ਜੀ ਦਾ ਇਹ ਬਚਨ ਹੈ। ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਮਹੱਲਾ ਤੀਜਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਦੇ ਤੀਸਰੇ ਸਰੂਪ ਸਤਿਗੁਰਾਂ ਦੀ ਇਹ ਉਚਾਰਨ ਕੀਤੀ ਬਾਣੀ ਹੈ। ਤਿਨਾਂ ਦੇ ਮੁਖਾਰਬਿੰਦ ਚੋਂ ਆਇਆ ਅੰਮ੍ਰਿਤ ਵਾਕ ਹੈ। ਗੁਰਬਾਣੀ ਦੀ ਵਿਚਾਰ ਸ਼ੈਲੀ ਵਿੱਚ ਜਦੋਂ ਸ਼ਬਦ ਨੂੰ ਸਮਝਣਾ ਹੁੰਦਾ ਹੈ ਤੇ ਕੇਂਦਰੀ ਭਾਵ ਰਹਾਉ ਵਿੱਚ ਹੈ। ਅੱਜ ਦੇ ਸ਼ਬਦ ਦੇ ਰਹਾਉ ਨੂੰ ਪਹਿਲਾਂ ਵਿਚਾਰਦੇ ਹਾਂ। ਸਤਿਗੁਰੂ ਕੀ ਅੱਜ ਦੇ ਸ਼ਬਦ ਵਿੱਚ ਆਧਾਰ ਬਖਸ਼ਦੇ ਨੇ, ਕੀ ਟੇਕ ਬਖਸ਼ਿਸ਼ ਕਰਦੇ ਨੇ, ਕੀ ਸਾਨੂੰ ਧੁਰੀ ਦਿੰਦੇ ਨੇ, ਜਿਸ ਦੇ ਦੁਆਲੇ ਇਹ ਮੁਕੰਮਲ ਸ਼ਬਦ ਫਿਰ ਉਸ ਨੂੰ ਸਮਝਾਉਂਦਾ ਹੈ। ਸਤਿਗੁਰੂ ਕਹਿ ਰਹੇ ਨੇ, ਸਸੁਰੈ ਪਈਐ ਪਿਰ ਵਸੈ, ਕਉ ਕਿਤ ਬਿਦ ਪਾਈਐ। ਸਸੁਰੈ ਪਈਐ, ਪਈਐ ਦਾ ਅਰਥ ਹੈ ਪੇਕਾ ਘਰ। ਸਸੁਰੈ ਸ਼ਬਦ ਦਾ ਭਾਵ ਹੈ ਸੋਹਰਾ ਘਰ। ਇਹ ਅਖਰੀ ਰੂਪ ਵਿੱਚ ਅਰਥ ਨੇ ਵੀ ਸੋਹਰਾ ਘਰ ਤੇ ਪੇਕਾ ਘਰ, ਪਰ ਇੱਥੇ ਭਾਵ ਇਸ ਦਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ। ਇਸ ਦੁਨੀਆ ਦੇ ਅੰਦਰ ਇਸ ਨੂੰ ਪੇਕਾ ਸ਼ਬਦ ਨਾਲ ਬਾਬਾ ਜੀ ਨੇ ਵਰਤੋਂ ਕੀਤੀ ਹੈ ਕਿ ਸਸੁਰੈ ਪਈਐ ਪਿਰ ਵਸੈ। ਸੋਹਰੇ ਘਰ ਵਿੱਚ ਵੀ ਤੇ ਇੱਥੇ ਵੀ ਉਹ ਪਿਰ, ਉਹ ਪਤੀ ਮੌਜੂਦ ਹੈ, ਵਸਦਾ ਹੈ। ਕਹੋ ਕਿਤ ਬਿਦ ਪਾਈਐ, ਪਰ ਉਹ ਮਿਲੇਗਾ ਕਿਵੇਂ? ਹੁਣ ਬੜਾ ਵੱਡਾ ਇੱਕ ਸਵਾਲ ਹੈ ਵੀ ਜੇ ਸਭ ਥਾਈਂ ਮੌਜੂਦ ਹੈ ਤੇ ਮਿਲੇਗਾ ਕਿਵੇਂ? ਕਾਰਨ ਕੀ ਹੈ ਕਿ ਸਾਨੂੰ ਉਸ ਨੂੰ ਦੇਖਣ ਦੀ ਨਜ਼ਰ, ਸਾਡੇ ਕੋਲ ਉਸ ਨੂੰ ਪਰਖਣ ਦੀ ਜੁਗਤ ਨਹੀਂ ਹੈ। ਤਾਂ ਗੁਰੂ ਬਾਬਾ ਜੀ ਸਵਾਲੀਆ ਗੱਲ ਕਰਦੇ ਨੇ, ਕਹਿੰਦੇ ਦੱਸੋ ਤੇ ਸਹੀ ਐ ਗੁਰਮੁਖ ਸਤਸੰਗੀ ਜਨੋ, ਐ ਉਸ ਪ੍ਰੀਤਮ ਨੂੰ ਮਿਲੇ ਹੋਏ ਪਿਆਰਿਓ, ਐ ਸੁਹਾਗ ਬਣਤੀ ਜੀਵ ਇਸਤਰੀਓ, ਮੈਨੂੰ ਦਰਸਾਓ। ਇਹ ਤੇ ਸਮਝ ਆ ਗਈ ਵੀ ਉਹ ਹਰ ਜਗ੍ਹਾ ਬੈਠਾ ਹੈ, ਉਹ ਸਭ ਥਾਈਂ ਮੌਜੂਦ ਹੈ, ਪਰ ਕਹੋ ਕਿਤ ਬਿਦ ਪਾਈਐ, ਉਹ ਕਿਹੜੀ ਵਿਧੀ, ਕਿਹੜੀ ਜੁਗਤ ਨਾਲ ਮਿਲੇਗਾ? ਗੱਲ ਗੁਰੂ ਬਾਬਾ ਜੀ ਨੇ ਗੁਰੂ ਕੋਲ ਬੈਠ ਕੇ ਇਹ ਅਰਜ਼ ਕੀਤੀ ਹੈ। ਤੇ ਤਵੱਜੋ ਦੇਣਾ, ਅੱਜ ਅਸੀਂ ਲੋਕ ਦੁਨਿਆਵੀ ਤਲ ਤੇ ਵੇਖਦੇ ਆ ਕਿ ਸਾਨੂੰ ਦੱਸੋ ਜੀ ਕਿਵੇਂ। ਸਾਡੇ ਕੋਲ ਵੀ ਲੋਕ ਆ ਕੇ ਪੁੱਛਦੇ ਆ, ਅਸੀਂ ਸੌਖੇ ਰਸਤੇ ਲੱਭਣਾ ਚਾਹੁੰਦੇ ਆ। ਔਰ ਇਹੀ ਕਾਰਨ ਹੈ ਕਿ ਸਵਾਲ ਸਹੀ ਗੁਰੂ ਕੋਲੋਂ ਨਾ ਪੁੱਛਿਆ ਜਾਵੇ ਤੇ ਸੱਚ ਜਾਣਨਾ ਅਗਿਆਨੀ ਡੋਬ ਦਿੰਦਾ ਹੈ। ਕਾਚੇ ਗੁਰ ਤੇ ਮੁਕਤ ਨਾ ਹੁਆ। ਜਿਤਨਾ ਵੀ ਅੱਜ ਧਰਮ ਦੇ ਨਾਂ ਤੇ ਅਡੰਬਰ ਹੈ ਨਾ, ਉਹ ਇਹਨਾਂ ਸਵਾਲਾਂ ਦੇ ਜਵਾਬ ਵਿੱਚ ਹੀ ਖਿਲਰ ਗਿਆ ਸਾ। ਕਹੋ ਕਿਤ ਬਿਦ ਪਾਈਐ, 40 ਪਾਠ ਕਰੋ ਜੀ, 40 ਦਿਨ ਯਾਤਰਾ ਤੇ ਜਾਓ ਜੀ, 40 ਮੱਸਿਆ ਨਾ ਹੋ ਜੀ, 40 ਪੂਰਨਮਾਸੀਆਂ ਨਾ ਲੋ। ਕਮਾਲ ਹੋ ਗਿਆ। ਕਿਉਂ 41ਵੇਂ ਦਿਨ ਬਾਬੇ ਨੇ ਬੂਹਾ ਬੰਦ ਕਰ ਲੈਣਾ? ਅਸਲ ਵਿੱਚ ਰੀਤ ਬੜੀ ਵਧੀਆ ਸੀ। 40 ਦਿਨ ਦਾ ਭਾਵ ਸੀ ਵੀ ਸਵਾ ਮਹੀਨਾ ਕੋਈ ਨਿਰੰਤਰ ਕਿਸੇ ਕਾਰਜ ਨੂੰ ਕਰਦਾ ਹੋਵੇ ਨਾ, ਤੇ ਇੱਕ ਆਦਤ ਬਣ ਜਾਂਦੀ ਹੈ ਤੇ ਸੁਭਾਅ ਵਿੱਚ ਗੱਲ ਆ ਜਾਂਦੀ ਹੈ। ਪਰ ਜਦੋਂ ਕੈਲੰਡਰ ਦੀ ਤਰੀਕ ਦੇ ਉੱਤੇ ਕ੍ਰੋਸ ਲੱਗਣਾ ਸ਼ੁਰੂ ਹੋ ਜਾਏ ਵੀ ਅੱਜ 1 ਦਿਨ, ਅੱਜ 4 ਦਿਨ, ਅੱਜ 10 ਦਿਨ, ਅੱਜ 20 ਦਿਨ ਹੋ ਗਏ, ਤੇ 40ਵਾਂ ਦਿਨ ਹੁੰਦਾ ਹੈ ਤੇ ਰੁਮਾਲਾ ਸਾਹਿਬ ਲੈ ਕੇ ਬਾਬਾ ਜੀ ਅਰਦਾਸ ਕਰਿਓ, ਚਲੀਆ ਮੁਕੰਮਲ ਹੋ ਗਿਆ। ਫਿਰ ਮੇਰੇ ਵਰਗੇ ਨੇ ਵੀ ਕਹਿਣਾ ਵੀ ਸੱਚੇ ਪਾਤਸ਼ਾਹ ਇਹਨਾਂ ਤੇ ਕਿਰਪਾ ਕਰ ਦੇ, ਕੱਲ ਨੂੰ ਉਸਨੇ ਆਣਾ ਕੋਈ ਨਹੀਂ, ਫਿਰ ਕੀ ਲਾਭ ਹੈ? ਅਸਲ ਵਿੱਚ ਇਹ ਆਦਤ ਪਾਉਣ ਦਾ ਢੰਗ ਸੀ, ਪਰ ਕਰਮ ਕਾਂਡ ਬਣਿਆ। ਫਿਰ ਖਾਸ ਦਿਨ, ਖਾਸ ਪ੍ਰਸ਼ਾਦ, ਖਾਸ ਤਰੀਕੇ ਬਣ ਗਏ, ਤੇ ਹੋਰ ਲੋਕਾਂ ਨੇ ਚੁਣਿੰਦਾ ਸ਼ਬਦ ਕੱਢੇ, ਉਹਨਾਂ ਨੂੰ ਇੱਕ ਜਗ੍ਹਾ ਇਕੱਤਰਿਤ ਕੀਤਾ ਤੇ ਕਹਿਤਾ ਵੀ ਇਹ ਵਾਲੇ ਸ਼ਬਦ ਪੜੋ ਤੇ ਜਸੋਖਾ ਲੱਭ ਜਾਂਦਾ ਹੈ। ਪਰ ਇੱਕ ਓੰਕਾਰ ਤੋਂ ਲੈ ਕੇ ਮੁਕੰਮਲ ਬਾਣੀ, ਸਤ ਸੰਗਤ, ਇਹ ਗਿਆਨ, ਇਹ ਰਹਿਮਤ, ਇਹ ਗੁਣਾਂ ਨਾਲ ਭਰਪੂਰ ਹੈ।
ਇੱਕ ਮਰਿਆਦਕ ਰੂਪ ਵਿੱਚ ਨਿਤਨੇਮ ਬਣਾਏ ਗਏ ਨੇ। ਸਾਡੇ ਪੰਜ ਬਾਣੀਆਂ ਦੇ ਜਾਪ ਦੀ ਗੱਲ ਹੈ, ਆਸਾ ਕੀ ਵਾਰ ਦੀ ਸ਼ਬਦ ਵਿਚਾਰ ਦੀ ਗੱਲ, ਕੀਰਤਨ ਦੀ ਗੱਲ ਬਾਤ ਹੈ, ਪਰ ਮੁਕੰਮਲ ਬਾਣੀ ਉਪਦੇਸ਼ ਕਰਦੀ ਹੈ। ਪਰ ਉਹ ਵਿਚਾਰ ਮੈਂ ਜਿਹੜੀ ਬੇਨਤੀ ਰੱਖਣ ਲੱਗਾ ਕਿ ਕਹੋ ਕਿਤ ਵਿਧ ਪਾਈ ਹੈ। ਜਦੋਂ ਸਵਾਲ ਹੋਇਆ ਤੇ ਲੋਕ ਸਿਆਣੇ ਜਿਹੜੇ ਜਿਨ੍ਹਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਵੇਖਿਆ ਵੀ ਇਹ ਤੇ ਚੰਗਾ ਤਰੀਕਾ ਹੈ, ਇਸ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੋੜਨਾ, ਉਹ ਆਪਣੇ ਨਾਲ ਜੋੜ ਲੈਂਦੇ ਹੈ। ਜਿੱਥੋਂ ਅਨਮਤ ਤੇ ਜਿੱਥੋਂ ਦੇਹਧਾਰੀ ਪ੍ਰਥਾਵਾਂ ਦਾ ਪ੍ਰਸਾਰ ਹੋ ਗਿਆ ਤੇ ਲੋਕੀ ਉਸ ਚੀਜ਼ ਨੂੰ ਮੰਨਦੇ ਹੈ, ਤੁਰ ਪਏ। ਪਰ ਗੁਰੂ ਨੂੰ ਪੁੱਛਿਆ, ਸਵਾਲ ਕਿੰਨਾ ਪਿਆਰਾ ਹੈ। ਵੈਸੇ ਤੇ ਬਹੁਤ ਸਾਰੀਆਂ ਥਾਵਾਂ ਤੇ ਸੁਹਾਗਣਾਂ ਨੂੰ ਸਵਾਲ ਕੀਤਾ ਹੈ ਤੇ ਜਵਾਬ ਵੀ ਦਿੱਤਾ ਹੈ। ਸੁਹਾਗਣ ਰੂਪ ਵਿੱਚ ਵੀ ਜਵਾਬ ਆਪ ਦੇ ਰਹੇ ਨੇ। ਕਿਤੇ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਪੜੋ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹੋ ਕਰੀ ਜਿਤ ਵਸ ਆਵੇ ਕੰਤ। ਮੇਰਾ ਪਤੀ ਮੇਰੇ ਵਸ ਕਿਵੇਂ ਆਵੇ? ਹੁਣ ਇਹ ਗੱਲ ਕਿਸੇ ਬਾਬੇ ਨੂੰ ਪੁੱਛ ਲਓ, ਨੇ ਧਾਗਾ ਫੜਾ ਦੇਣਾ, ਉਸਨੇ ਕੋਈ ਤਵੀਤ ਦੇਣਾ, ਉਸਨੇ ਕੋਈ ਹੋਰ ਢੰਗ ਲੁੱਟਣ ਦਾ ਬਣਾਉਣਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਆ, ਅੰਮ੍ਰਿਤ ਬਾਣੀ ਵਿੱਚੋਂ ਬਾਬਾ ਫਰੀਦ ਨੂੰ ਸਵਾਲ ਕੀਤਾ ਜਾਂਦਾ ਹੈ ਤੇ ਬਾਬਾ ਫਰੀਦ ਫਿਰ ਉਸ ਦਾ ਆਪ ਹੀ ਜਵਾਬ ਬੜਾ ਪਿਆਰਾ ਦਿੰਦੇ ਨੇ। ਕਹਿੰਦੇ ਨੇ ਨਿਵਣ ਸੋ ਅੱਖਰ ਖਵਣ ਗੁਣ ਜ਼ੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ। ਉਹਨਾਂ ਨੇ ਕੋਈ ਦਿਖਾਵਾ ਅਡੰਬਰ ਨਹੀਂ ਦੱਸਿਆ, ਉਹਨਾਂ ਨੇ ਤਰੀਕਾ ਦਿੱਤਾ ਵੀ ਦੇਖ ਤੇਰੇ ਜੀਵਨ ਵਿੱਚ ਸ਼ੁਭ ਗੁਣਾ ਦਾ ਵਾਸ ਹੋ ਗਿਆ ਤੇ ਪਤੀ ਤੇਰੇ ਤੋਂ ਦੂਰ ਨਹੀਂ ਹੈ। ਉਸ ਪ੍ਰੀਤਮ ਨੇ ਤੈਨੂੰ ਆਪ ਆਵਾਜ਼ਾਂ ਮਾਰਨੀਆਂ ਜੇ ਤੂੰ ਅੰਦਰੋਂ ਨਿਰਮਲ ਹੋ ਜਾਏ। ਜਿਵੇਂ ਬਾਬਾ ਕਬੀਰ ਸਾਹਿਬ ਦਾ ਸ਼ਲੋਕ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਵੀ ਰੱਬ ਨੂੰ ਮਿਲਣ ਲੋਕ ਗੰਗਾ ਦੇ ਕਿਨਾਰੇ ਜਾ ਕੇ ਬਹਿ ਗਏ। ਉਹਨਾਂ ਨੇ ਇਸ਼ਨਾਨ ਵੀ ਉੱਥੇ ਕੀਤਾ, ਉਹਨਾਂ ਨੇ ਡੇਰਾ ਬਣਾ ਲਿਆ, ਉਹ ਉਸੇ ਜਲ ਵਿੱਚ ਰਹਿੰਦੇ ਨੇ, ਸਮਾਧੀਆਂ ਲਾਉਂਦੇ ਨੇ, ਪੂਜਾ ਪਾਠ ਵੀ ਕਰਦੇ ਨਜ਼ਰ ਆਉਂਦੇ ਨੇ। ਲੇਕਿਨ ਪਿੰਡੇ ਨੂੰ ਧੋਣਾ ਮੁੱਖ ਕਰਮ ਬਣਾਇਆ ਤੇ ਮਨ ਮੈਲਾ ਹੀ ਰਿਹਾ। ਤੇ ਉਹਨਾਂ ਨੇ ਜ਼ਿਕਰ ਕੀਤਾ ਹੈ, ਕਬੀਰ ਗੰਗਾ ਤੀਰ ਜੋ ਘਰ ਕਰ ਹੈ, ਪੀਵੇ ਨਿਰਮਲ ਨੀਰ, ਬਿਨ ਹਰ ਨਾਮ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਫਿਰ ਬਾਬਾ ਕਬੀਰ ਸਾਹਿਬ ਜੀ ਦੱਸੋ ਨਾ ਮਿਲੇਗਾ ਕਿਵੇਂ? ਜਿਵੇਂ ਅੱਜ ਗੁਰੂ ਅਮਰਦਾਸ ਸਾਹਿਬ ਜੀ ਸਵਾਲੀਆ ਗੱਲ ਕਰਦੇ ਬਈ ਮੌਜੂਦ ਪੇਕੇ ਘਰ ਵਿੱਚ ਵੀ ਹੈ, ਮੌਜੂਦ ਸੋਹਰੇ ਘਰ ਵਿੱਚ ਵੀ ਹੈ, ਮਿਲੇਗਾ ਕਿਵੇਂ? ਤੇ ਬਾਬਾ ਕਬੀਰ ਜੀ ਨੇ ਅਗਲੇ ਸ਼ਲੋਕ ਵਿੱਚ ਜ਼ਿਕਰ ਕੀਤਾ, ਕਹਿੰਦੇ ਨੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਗੰਗਾ ਦੇ ਨੀਰ ਦੀ ਉਦਾਹਰਣ ਦਿੱਤੀ। ਕਹਿੰਦੇ ਉਸ ਤੋਂ ਸਿੱਖਿਆ ਲੈ, ਉੱਥੇ ਮੈਲੇ ਕੁਚੈਲੇ ਵੀ ਨਹਾਈ ਜਾਂਦੇ ਐ ਪਰ ਉਹ ਫੇਰ ਪਾਕ ਹੈ, ਫੇਰ ਪਵਿੱਤਰ ਹੈ, ਕਿਉਂਕਿ ਵਗਦਾ ਜਲ ਹੈ, ਉਹ ਵਗਦਾ ਹੈ ਤੇ ਪਾਕ ਹੈ, ਪਾਕ ਸਾਫ ਹੈ, ਪਵਿੱਤਰ ਹੈ। ਤੂੰ ਆਪਣੇ ਮਨ ਨੂੰ ਇਹੋ ਜਿਹਾ ਬਣਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਤੇ ਜਿਸ ਦਿਨ ਤੂੰ ਨਿਰਮਲ ਹੋ ਗਏ ਹੋ, ਚੇਤਾ ਰੱਖੀ ਪਾਛੈ ਲਾਗੋ ਹਰ ਫਿਰੈ। ਕਹਿਤ ਕਬੀਰ ਕਬੀਰ, ਜਿਸ ਨੂੰ ਦੁਨੀਆ ਲੱਭਦੀ ਉਹ ਤੈਨੂੰ ਆਵਾਜ਼ਾਂ ਮਾਰੇਗਾ, ਉਹ ਤੈਨੂੰ ਆਪ ਆ ਕੇ ਮਿਲੇਗਾ। ਅਸਲ ਵਿੱਚ ਰੱਬ ਦੀ ਤੇ ਸਾਡੀ ਵਿੱਥ ਦਾ ਮੂਲ ਕਾਰਨ ਸਾਡੇ ਤੇ ਰੱਬ ਦੇ ਵਿੱਚ ਅਗਿਆਨਤਾ ਦਾ ਪਰਦਾ ਹੈ, ਜਿਹੜਾ ਅਸੀਂ ਆਪ ਖੜਾ ਕੀਤਾ ਹੈ। ਅਸੀਂ ਹੋਰ ਅਡੰਬਰਾਂ ਵਿੱਚ ਉਲਝ ਗਏ, ਰੱਬ ਨੂੰ ਦੇਖਣ ਦੀ ਜੁਗਤ ਨਹੀਂ ਆਈ। ਤੇ ਇਸ ਲਈ ਇਹ ਸਵਾਲ ਆਇਆ ਤੇ ਬਾਬਾ ਜੀ ਨੇ ਜਵਾਬ ਦਿੱਤਾ। ਬੜਾ ਪਿਆਰਾ ਬਚਨ ਹੈ, ਦੇਖੋ, ਆਪ ਨਿਰੰਜਨ ਅਲਖ ਹੈ, ਆਪੇ ਮੇ ਲਾਈਐ ਰਹਾਓ। ਕਹਿੰਦੇ ਜਿਸ ਪ੍ਰੀਤਮ ਨੂੰ, ਜਿਸ ਪਿਰ ਨੂੰ, ਪਤੀ ਨੂੰ ਤੂੰ ਲੱਭਣਾ ਚਾਹੁੰਦੀ ਹੈ ਜੀਵ ਇਸਤਰੀਏ, ਉਹ ਆਪ ਨਿਰੰਜਨ ਹੈ, ਕਾਲਖ ਤੋਂ ਪਰੇ ਹੈ। ਉਸ ਉੱਤੇ ਮਾਇਆ ਦਾ, ਵਿਕਾਰਾਂ ਦਾ, ਪਦਾਰਥਾਂ ਦਾ ਪ੍ਰਭਾਵ ਨਹੀਂ ਕਦੇ ਪੈਂਦਾ ਤੇ ਅਲਖ ਹੈ। ਉਹ ਲਖਿਆ ਨਹੀਂ ਜਾਂਦਾ ਵੀ ਨਾ ਅੱਖਾਂ ਨਾਲ ਮੈਂ ਰੱਬ ਨੂੰ ਦੇਖ ਲਵਾਂ, ਬੜਾ ਔਖਾ ਹੈ। ਤੇਰੇ ਅੰਦਰ ਜਿਸ ਦਿਨ ਉਸ ਨੇ ਪ੍ਰਗਟ ਹੋਣਾ ਸ਼ੁਰੂ ਕਰ ਦਿੱਤਾ, ਜਿਸ ਦਿਨ ਤੈਨੂੰ ਸਮਝ ਆ ਗਈ, ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿਹਾ ਨਾ, ਪੂਪ ਮਦ ਜੋ ਬਾਸ ਬਸਤ ਹੈ। ਆ ਫੁੱਲ ਨੇ ਨਾ, ਫੁੱਲ ਪੂਪ ਫੁੱਲ ਨੂੰ ਕਹਿੰਦੇ ਪੁਸ਼ਪ। ਪੂਪ ਮਦ, ਮਦ ਵਿੱਚ ਜੋ ਬਾਸ ਬਸਤ ਹੈ, ਬਾਸਨਾ ਸੁਗੰਧੀ ਮੌਜੂਦ ਹੈ,
हुण फुल दे विच सुगंधी है, कोई आके मैं देखनी चाहुंदा दिखाई नहीं दिंदी, वो महसूस की जाती है। सुगंधी अखां दा विशा नहीं है, सुगंधी सूंघण दा विशा ते महसूस करन दा सबजैक्ट है। इसे तरह अकाल पुरख है। ते धन गुरु तेग बहादुर पातशाह कहंदे ने, मुकर माही जैसे छाई, शीशा है, शीशे विच परछावां है, पर परछावां दिख रहा है, उसनूं पकड़ नहीं सकते असीं। सुगंधी है पर देख नहीं सकते असीं, वो विशा होर तरीके दा है। ते गुरुदेव ने कह दिता, तैसे ही हर बसै निरंतर, घट ही खोजो भाई। कहंदे वाहिगुरु अंदर है, उसनूं अपने अंतःकरण विच खोज पड़ताल कर। हुण ये विस्तार है शब्द का भी, वो पड़तालिया पछाणिया माणिया किवें जावे, क्योंकि अलख है, निरंजन है। ते फिर बचन आया, कोई उसनूं याद करदा, आवाज़ां मारदा तुरे ते सही। जिवें बाणी कहंदी है, कबीर केसो कूकीऐ, ना सोईऐ आसार, रात दिवस के कूकने, कबू के सुने पुकार। तू कूक बोल, आवाज़ां मार, राम सिमर यह है तेरा काज है। तू प्रीतम नू जपना शुरू कर दे। वो निरंजन ते अलख, ये दोनों अखर भी समझण वाले ने। निरंजन का भाव है भी कालक तो रहत, ते इत्थे कालक तो रहत क्यों वरते है? भाव वो माया नाल नहीं मिलता, वो पैसे नाल नहीं मिलता, क्योंकि उसते असर ही कोई नहीं। बंदा सोचे भी मैं बहुते दमड़े दे दें किसी धार्मिक स्थान नूं ते गुरु खुश हो जाएगा। हो सकता है लैण वाले खुश होण, लेकिन रब नहीं जे खुश होंदा। बाणी दा बचन है, कंचन स्यों पाइए नहीं तोल, क्योंकि निरंजन है, वो कालक तो रहता है, उसते माया का कोई प्रभाव नहीं। अलख भी है, वो लखिया नहीं जाता, वो पछाणिया बाहरों देखिया नहीं जा सकता उपरी नज़रां नाल। फिर अरदास बाबा जी जे इहो जे गुण ने फिर मिलेगा किवें? कहंदे आपे मेल आई है, वो आप ही किसी ते तरस कर दिता ते उसनूं मिल लैंदा है, आप मिलाउंदा है। ते मिलन दी जुगत भी उसने बनाई है। रोज बचन पढ़दे हां मूल मंत्र विच, गुर प्रसाद, गुरु दी कृपा दे द्वारा, गुरु दी रहमत नाल मिलदा है। हुण बाकी दे शब्द विच गुरु दी कृपा मेहरामत किवें वरतदी है, वो सारा विस्तार कीता। कहंदे हन, पेई अड़े दिन चार है, हर हर लिख पाया। पेई अड़े पेके घर विच हर मनुख 4 दिन वास्ते आया। 4 दिन आम एक साडा समाजिक बोला भी है कि बच्ची जमी कहंदे ने पराया धन है। ते गुरु ने बचन भी कहने, सबना साहूर है वंजना सम्मुख लावण हार। इत्थे 4 दिन लई आए हैं, 4 दिन अपनी नौबत चले बजाए। बहुत सारे वचन ने इस पर थाए कि बंदा भावें अमीर है गरीब है, ये शब्द ते आया है उन्हां धनाड़ लोकां लई जेड़े अपने हुक्म चलाउंदे सन, जिसदा कीर्तन भी हुणे सरवण कीता ना, हुक्म कीए मन भावंदे। 4 दिन की गल है, ये 4 दिन की जिंदगी है। उस गल नूं समझाउंदे भी पेईअड़ है, दिन 4 है, हर हर लिख पाया। और ये गल रब वल्लों निश्चित की हुई है। अकाल पुरख नूं मिलण लई ये नुकता बड़ा जरूरी जे, चेता करियो। गुरु तेग बहादुर बापू जी दे बचन पढ़दे आ, चिंता ताकी कीजिए जो अनहोनी होए। जदों पेके घर विच है ही 4 दिन लई, ते फिर चिंता किहड़ी गल दी करनी है? समा पैंदा आंदा है, बच्ची दा आनंद कारज हुंदा, अपने सोहरे घर चली जाती है। यही जीव आत्मा वास्ते है। इस लोक विच, मात लोक विच जीव आत्मा अपने पेके घर वांगू जिवें बच्ची रहिंदी है, इत्थे वसे हुआ है। और ये लेख रब ने पक्के पाए ने, हर हर लिख पाया। ये पक्का लेख है, इस विच कोई ऊणताई नहीं भी इत्थे कोई थिर रह सकता है। इत्थे ते राणा राओ ना को रह, रंग ना तुंग फकीर, वारी आपो अपनी कोई ना बंदे धीर।
हर किसी ने इतों जाना है, हर किसी का सफर इतों पूरा होएगा ते अगली मंजिल वाल नूं उसने इस मात लोक विच भोग के अपने जीवन नूं अगे टुर पैना है। ते बाबा जी अगे कृपा करते ने, शोभावंती नार है गुरमुख गुण गाया। ओ जीव इस्त्री शोभा वाली है जिसने गुरु दे राही रब दे गुणां नूं गाया है। हुण समझो, मात लोक विच रहना है ते गुरु धारण करके अपने जीवन नूं गुरमुखां वाला बनाउणा है, तां जाके किते शोभावंती नार है। जिवें भाई गुरदास जी ने एक बड़ी प्यारी गल कीती, वो कहंदे जैसे नहर कुवार कन्या लाडली कै मानीयत। आप सारे बैठे हैं घर गृहस्थी परवाना वाले, घर विच बच्ची हुंदी है ना, ते बच्ची नूं लाडली कह के प्यार मिलता है भी कोई गल नहीं, धी राणी है, कोई गल नहीं, बच्ची है, इन्हें ते तुर जाना है, कोई गल नहीं। ते भाई साहब कहते हैं इत्थे लाडली करके मन्निया जाएगा, पर व्याहे ससुराल जाए गुणन कै मानी है। सोरे घर जाके लाडली करके किसे नहीं पूछना, उत्थे तेरे गुणा की कदर होवेगी, उत्थे तेरे जीवन विच तू की खटिया, की कमाया है, की तैनू हुनर आंदा है। ते ये ते गल दुनिया भी अध्यात्मकता दे विच भी यही गल है। जे साहुरे जाके सोरे घर जाके सुखी होना चाहना है ते गुरु धारण कर, ते गुरु कोलों सिक्ख्या प्राप्त कर। अध्यात्मकता वास्ते रब्बी घर पहुंचण तो पहला, अपने पति दे देश पहुंचण तो पहला तेरे कोल गुण होने चाहिए। उत्थे गुणा की कदर होवेगी, उत्थे कोई लाडली, कोई अमीरी, कोई जात पात, ऊंची नीवी का कोई पुछ पड़ताल का सबजैक्ट ही नहीं होना। उत्थे ते पुछया जाना है। इसलिए बाबा जी कहते ने, इहा घाट चलो घर लागा, आगे बसन सुहेला। इत्थे लाहा घट, अगे जे सौखे होना चाहना है। विच दुनिया सेव कमाई है, तां दरगाह बैसन पाई है। अगर तू दरगाह प्रीतम दे घर शोभा नाल जाना चाहना है ते गुरु दे हुक्म मुताबक इत्थे ही घाल कमाई कर। अगले बंद विच कहंदे, पेवकड़े गुण समलै साहुरै वास पाया। जे पेके घर विच सुखां नूं संभाल ले, अगर गुणां नूं संभाल लिया ते सोहरे घर दा वास मिलदा है, प्रीतम दे घर विच इज्जत मिलदी है, निरंकार दे चरना दा निवास मिलदा है। इत्थे पेवकड़े गुण सम ले आया है। पेके घर विच गुणां दी संभाल, तेरे जीवन विच प्रीतम दे गुण होने चाहिए। वो किवें बनणगे? देखो, दूसरे मुल्क बच्चा भेजते हैं ना, सी साडा कोई बंदा बाहर जावे, वो वध तो वध कोशिश करदा भी मैं उत्थों दी भाषा सीखां, उत्थों दे सिस्टम नूं सीख के जावां, ताकि उत्थे जाके मैनूं कोई परेशानी ना होवे। पर गल्लां दुख वालियां ये ने कि असीं दुनियावी तल ते इत्थे सुख साधना विचों लभ रहे हैं। वो साधन नाल नहीं जाने, उत्थे नहीं चलने। किसी भी मुल्क जाना बंदा इत्थों करेंसी भी एक्सचेंज करदा, बदल लै भी ये नोट मेरे इंडियन करेंसी ने, उत्थे नहीं चलना, मैं कित्थे भटकांगा। इस करके पहलों इंतजाम करदा है। ते गुरु पातशाह इसे करके कहंदे ने, इत्थे रहिंदे आ, इस दुनिया विच रहिंदे आ, इस लोक विच रहिंदे आ, तू उस देश जोगा कुछ ते कर लै, उस घर जोगा कुछ ते कमा लै, कुछ ते हुनर अपने पल्ले विच पा लै, ताकि उत्थे जाके तैनू बेइज्जत ना होना पवे। इसलिए सवाल जिहड़ा कीता गया उस दे उत्तर विच जवाब विच गल करदे ने, पेवकड़े गुण समलै साहुरै वास पाया। गुरमुख सहज समाणिया हर हर मन पाया। फिर जिन्हां दे मन नूं अकाल पुरख वाहिगुरु प्यारा लगन लग पैंदा है ना,
ਭਾ ਜਾਂਦਾ ਹੈ, ਫਿਰ ਉਹ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਸਹਿਜ ਵਿੱਚ ਸਮਾ ਜਾਂਦੇ ਹੈ। ਥੋੜਾ ਜਿਹਾ ਇਤਿਹਾਸ ਦਾ ਇੱਕ ਪੱਤਰਾ ਵਾਚੀਏ। ਗੁਰੂ ਦੇ ਗਿਆਨ ਦੀ ਬਰਕਤ ਨਾਲ ਮਨੁੱਖ ਕਿਵੇਂ ਸਹਿਜ ਵਿੱਚ ਆਉਂਦਾ ਹੈ। ਸਭ ਤੋਂ ਪਹਿਲਾ ਗੁਣ ਹੈ, ਆਪਾਂ ਗੁਰਬਾਣੀ ਨੂੰ ਦੇਖੋ ਸਾਰਿਆਂ ਨੇ ਮੱਥਾ ਟੇਕਿਆ, ਭਾਵੇਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਕਈਆਂ ਨੂੰ ਪੜ੍ਹਨੀ ਵੀ ਨਹੀਂ ਆਉਂਦੀ, ਜੋ ਕਿ ਬੜੀ ਮਾੜੀ ਗੱਲ ਹੈ ਕਿ ਜਿਸ ਗੁਰੂ ਨੂੰ ਮੱਥਾ ਟੇਕਦੇ ਆ ਉਸ ਗੁਰੂ ਦੀ ਬੋਲੀ ਨਾਲ ਹੀ ਪਿਆਰ ਨਾ ਹੋਵੇ। ਹੁਣ ਗੁਰੂ ਧਾਰਨ ਕਰ ਲਓ ਤੁਸੀਂ ਕਿਸੇ ਦੂਸਰੀ ਭਾਸ਼ਾ ਦਾ, ਰੋਜ਼ ਜਾਓ, ਰੋਜ਼ ਬੈਠੋ, ਰੋਜ਼ ਪ੍ਰਵਚਨ ਕਰਦਾ ਹੋਵੇ, ਤੇ ਤੁਸੀਂ ਘਰ ਆਓ ਤੇ ਤੁਹਾਨੂੰ ਕੋਈ ਪੁੱਛੇ ਤੈਨੂੰ ਤੇ ਬੜਾ ਚਿਰ ਹੋ ਗਿਆ ਵੀ ਉਸ ਫਲਾਣੇ ਗੁਰੂ ਨੂੰ ਧਾਰਨ ਕੀਤੇ ਆ, ਉਸ ਗੁਰੂ ਤੋਂ ਸਿੱਖਿਆ ਕੁਝ? ਤੇ ਤੁਹਾਡਾ ਜਵਾਬ ਹੋਏਗਾ ਨਹੀਂ, ਮੈਨੂੰ ਉਸ ਦੀ ਭਾਸ਼ਾ ਤੇ ਆਂਦੀ ਕੋਈ ਨਹੀਂ। ਤੇ ਹਰ ਬੰਦਾ ਹੱਸੇਗਾ ਕਿ ਤੂੰ ਫਿਰ ਲੈਣ ਕਿਆ ਜਾਣਾ ਹੈ, ਤੂੰ ਸਿੱਖਣ ਕੀ ਜਾਣਾ ਹੈ। ਤੇ ਖਿਮਾ ਕਰਿਓ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਲਈ ਵੀ ਅੱਜ ਐਸਾ ਹੀ ਕੁਝ ਵਰਤਣਾ ਪੈ ਰਿਹਾ ਹੈ। ਸਾਨੂੰ ਗੁਰਮੁਖੀ ਅੱਖਰ ਨਹੀਂ ਪਤਾ, ਸਾਨੂੰ ਗੁਰੂ ਦੇ ਗਿਆਨ ਨੂੰ ਸਮਝਣ ਵਾਸਤੇ ਆਪਣੀ ਸੁਰਤ, ਆਪਣਾ ਧਿਆਨ ਇੱਧਰ ਜੋੜਨ ਵਾਸਤੇ ਗੁਰੂ ਦੀ ਬੋਲੀ ਵੀ ਦੀ ਜਾਣਨੀ ਚਾਹੀਦੀ ਹੈ ਨਾ। ਹੁਣ ਗ੍ਰੰਥੀ ਸਿੰਘ, ਪਾਠੀ ਸਿੰਘ ਪਾਠ ਕਰਕੇ ਸੁਣਾ ਦਿੰਦਾ ਹੈ, ਤੇ ਅੱਜ ਤੇ ਇਹ ਅਜੇ ਨੌਜਵਾਨ ਬੱਚੇ ਨੂੰ ਕਿਤੇ ਸਵਾਲ ਕਰੋ, ਪੁੱਤਰ ਆ ਵੇਖੀ ਪਾਠ ਕਿੱਥੇ ਪਹੁੰਚੇ ਆ, ਕਿੰਨੇ ਅੰਕ ਤੇ ਪਾਠ ਹੈ, ਤੇ ਉਹ ਨਾ ਲਿਖ ਕੇ ਲੈ ਆਂਦਾ ਹੈ, ਕਹਿੰਦਾ ਜੀ ਮੈਨੂੰ ਪਤਾ ਨਹੀਂ ਪਰ ਇੰਜ ਇੰਜ ਕੁਝ ਲਿਖਿਆ ਹੋਇਆ ਸੀ। ਤੇ ਫਿਰ ਕੀ ਪ੍ਰਾਪਤੀ ਕਰਨਾ ਚਾਹੁੰਦੇ ਆ ਗੁਰੂ ਤੋਂ, ਜਿਸ ਦੀ ਬੋਲੀ ਦਾ ਨਾਲ ਪਿਆਰ ਹੀ ਕੋਈ ਨਹੀਂ। ਇਹ ਜਿਹੜੇ ਬੋਲ ਨੇ ਕਿ ਅਸੀਂ ਗੁਰੂ ਤੋਂ ਗੁਣ ਸਿੱਖਣੇ ਆ, ਤੇ ਗੁਣ ਤਾਂ ਪਤਾ ਲੱਗਣਗੇ ਜੇ ਗੁਰੂ ਦੀ ਬੋਲੀ ਆਂਦੀ ਹੋਏਗੀ। ਜੇ ਗੁਰੂ ਦੇ ਗਿਆਨ ਨੂੰ ਲੈਣਾ ਤੇ ਗੁਰੂ ਦੇ ਉਪਦੇਸ਼ ਨਾਲ ਪ੍ਰੀਤ ਬਣਾਓ। ਇਤਿਹਾਸ ਦੀ ਗੱਲ ਸਾਂਝੀ ਕਰਨ ਲੱਗਾ ਸਾਂ। ਇੱਕ ਬਹੁਤ ਹੀ ਮਹਾਨ ਸ਼ਖਸੀਅਤ ਦਾ ਇਤਿਹਾਸ ਵੀ ਜ਼ਿਕਰ ਬਾਬਾ ਨਾਨਕ ਜੀ ਦੇ ਸਮੇਂ ਪੜ੍ਹਦੇ ਆ, ਜਿਨ੍ਹਾਂ ਦੀ ਪ੍ਰੇਰਣਾ ਕਿਤੇ ਨਾ ਕਿਤੇ ਬਾਬਾ ਲਹਿਣਾ ਜੀ ਨੂੰ ਪ੍ਰਾਪਤ ਹੋਈ। ਉਹਨਾਂ ਦਾ ਨਾਮ ਹੈ ਭਾਈ ਸਿੰਘਾਂ ਜੀ। ਭਾਈ ਸਿੰਘਾਂ ਜੀ ਇੱਕ ਐਸੀ ਅਦਭੁਤ ਸ਼ਖਸੀਅਤ ਨੇ, ਕਿਉਂਕਿ ਬਹੁਤ ਸਾਰਾ ਇਤਿਹਾਸ, ਬਹੁਤ ਸਾਰੇ ਗੁਰਮੁਖਾਂ ਦਾ, ਗੁਰਸਿੱਖਾਂ ਦਾ ਜੀਵਨ ਅਸੀਂ ਕੇਵਲ ਨਾਮਾਂ ਵਿੱਚ ਹੀ ਪੜ੍ਹ ਕੇ ਇੱਕ ਪਾਸੇ ਕਰ ਦਿੰਦੇ। ਸਿੰਘਾਂ ਜੀ ਹੋਏ ਨੇ, ਭਾਈ ਭਗੀਰਥ ਜੀ ਹੋਏ ਨੇ, ਭਾਈ ਮਨਸੁਖ ਜੀ ਹੋਏ ਨੇ, ਪਰ ਜੇ ਇਹਨਾਂ ਦੇ ਜੀਵਨ ਨੂੰ ਪੜਤਾਲੋ ਨਾ ਪਤਾ ਲੱਗਦਾ ਹੈ ਇਹ ਕਿੱਡੀਆਂ ਮਹਾਨ ਸ਼ਖਸੀਅਤਾਂ ਸਨ। ਤੇ ਭਾਈ ਸਿੰਘਾਂ ਜੀ ਗੁਰੂ ਨਾਨਕ ਦੇ ਕਲਾਮ ਨੂੰ ਪੜ੍ਹਨ ਵਾਲੇ ਨੇ, ਬਾਣੀ ਨਾਲ ਜੁੜੇ ਹੋਏ ਨੇ, ਗੁਰੂ ਨਾਨਕ ਦੀ ਸੰਗਤ ਵੀ ਕੀਤੀ ਤੇ ਉਤੋਂ ਬਾਣੀ ਪ੍ਰਾਪਤ ਕਰਨ ਲਈ ਸ਼ਬਦ ਮਿਲੇ, ਉਪਦੇਸ਼ ਮਿਲਿਆ, ਗੁਰੂ ਦੀ ਕਮਾਈ ਕਰਦੇ ਹੈ। ਤੇ ਭਾਈ ਲਹਿਣਾ ਜੀ, ਬਾਬਾ ਲਹਿਣਾ ਜੀ ਦੀ ਦੁਕਾਨ ਸੀ, ਧਾਰਮਿਕ ਸਨ, ਪਰ ਪਿਤਾ ਜੀ ਤੋਂ ਬਾਅਦ ਆਪ ਜੀ ਨੇ ਹੱਟੀ ਕੀਤੀ, ਦੁਕਾਨ ਕੀਤੀ। ਅੱਜ ਦੀ ਬੋਲੀ 'ਚ ਕਹਿ ਲਓ ਵੀ ਕਰਿਆਨੇ ਦਾ ਸਮਾਨ ਵੇਚਦੇ ਸਨ। ਇਹ ਭਾਈ ਸਿੰਘਾਂ ਜੀ ਰੋਜ਼ ਸ਼ਾਮ ਵੇਲੇ ਆਉਂਦੇ ਐ, ਤੇ ਥੋੜੇ ਜੇ ਪੈਸੇ ਹੁੰਦੇ ਨੇ ਤੇ ਕਹਿੰਦੇ ਵੀ 2 ਡੰਗ ਜੋਗਾ ਆਟਾ ਤੇ ਦਾਲ ਦੇ ਦਿਓ। 19 ਕੀ ਦਿਹਾੜੀ ਪਾ ਪੈਂਦੀ ਸੀ ਉਹਨਾਂ ਨੂੰ, ਉਸ ਦਾ ਆਟਾ ਦਾਲ ਲੈਂਦੇ ਨੇ ਤੇ ਆਪਣੇ ਘਰ ਚਲੇ ਜਾਂਦੇ ਐ। ਹੁਣ ਇਹੀ ਕਿਰਿਆ ਚਲਦੀ ਹੈ, ਇਹੀ ਰੋਜ਼ ਦਾ ਨੇਮ ਚੱਲਦਾ ਸੀ। ਇੱਕ ਦਿਨ ਕੀ ਹੋਇਆ ਕਿ ਉਹ ਆਏ ਨੇ, ਤੇ ਜਿਹੜਾ ਗ੍ਰਾਹਕ ਪੱਕਾ ਹੋਵੇ ਨਾ ਰੋਜ਼ ਦਾ, ਤੇ ਦੁਕਾਨਦਾਰ ਦੇ ਜ਼ਿਹਨ ਵਿੱਚ ਵੀ ਹੁੰਦਾ ਵੀ ਉਹ ਫਲਾਣਾ ਬੰਦਾ ਰੋਜ਼ ਆਟਾ ਦਾਲ ਲੈ ਕੇ ਜਾਂਦਾ ਹੈ। ਸਮਝ ਸੀ ਵੀ ਇਹ ਮਜ਼ਦੂਰ ਬੰਦਾ ਹੈ, ਦਿਹਾੜੀਦਾਰ ਬੰਦਾ ਹੈ, ਜਿਤਨਾ ਕੁ ਕਮਾਉਂਦਾ 2 ਸਮੇਂ ਦਾ ਲੈ ਜਾਂਦਾ, ਵੀ ਰਾਤ ਜੋਗਾ ਤੇ ਸਵੇਰ ਜੋਗਾ। ਹੁਣ ਉਹ ਨਹੀਂ ਆਏ, ਇੱਕ ਦਿਨ ਨਹੀਂ ਆਏ, 2 ਦਿਨ ਨਹੀਂ ਆਏ, ਤੇ ਮਨ ਵਿੱਚ ਬੇਚੈਨੀ ਹੋਈ ਵੀ ਸੁੱਖ ਹੋਵੇ। ਤੇ ਫਿਰ ਆਪਣੇ ਆਪ ਨੂੰ ਸਵਾਲ ਕਰਦੇ ਆ ਵੀ ਮੈਂ ਨਾ ਤੇ ਮੁੱਲ ਜ਼ਿਆਦਾ ਲਗਾਨਾ, ਨਾ ਮੈਂ ਘੱਟ ਵਸਤੂ ਤੋਲਦਾ, ਸੌਦਾ ਵੀ ਵਧੀਆ ਵੇਚਦਾ, ਵੀ ਕਿਤੇ ਗ੍ਰਾਹਕ ਟੁੱਟਣ ਦੇ ਕਾਰਨ ਨੇ ਵੀ ਸਮਾਨ ਥੋੜਾ ਦਿੱਤਾ, ਪੈਸੇ ਜ਼ਿਆਦਾ ਲੈ ਲਏ। ਆਪਣੇ ਆਪ ਵਿੱਚ ਹੀ ਆਪਣੇ ਵਾਸਤੇ ਵੀ ਚਿੰਤਨ ਕਰਦੇ ਵੀ ਮੈਂ ਗਲਤ ਵੀ ਕੁਝ ਨਹੀਂ ਕੀਤਾ, ਪਰ ਉਹ ਆਂਦੇ ਕਿਉਂ ਨੇ। ਤੇ ਤੀਜੇ ਦਿਨ ਕੀ ਵੇਖਦੇ, ਉਹ ਤੁਰੇ ਆ ਰਹੇ ਆ, ਲੇਕਿਨ ਉਹ ਨੇੜੇ ਆਏ, ਉਹਨਾਂ ਨੇ ਅਦਬ ਮਾਣ ਕੀਤਾ ਤੇ ਲੰਘ ਗਏ ਹੱਸ ਕੇ, ਦੁਕਾਨ ਤੇ ਰੁਕੇ ਨਹੀਂ। ਹੋਰ ਬੇਚੈਨੀ ਵੱਧ ਗਈ ਵੀ ਮੇਰਾ ਗ੍ਰਾਹਕ ਟੁੱਟ ਗਿਆ ਲੱਗਦਾ ਹੈ। 1-2 ਦਿਨ ਉਹ ਫੇਰ ਨਾ ਉਸ ਪਾਸਿਓਂ ਆਏ, ਤੇ 5ਵੇਂ ਦਿਨ ਜਾ ਕੇ ਕਿਧਰੇ ਉਹ ਦੁਕਾਨ ਤੇ ਆਏ, ਤੇ ਰੂਟੀਨ ਵਾਂਗੂ ਪੈਸੇ ਫੜਾਏ, ਕਹਿੰਦੇ ਜੀ ਆਟਾ ਤੇ ਦਾਲ ਦੇ ਦਿਓ। ਹੁਣ ਭਾਈ ਲਹਿਣਾ ਜੀ, ਬਾਬਾ ਜੀ ਦੇ ਮਨ ਵਿੱਚ ਇੱਕ ਗੱਲ ਤੁਰ ਪਈ
कि मैं कितना माड़ा, मैं अपनी दुकानदारी की चिंता की है, मैनू जापदा इस बंदे नू कम नहीं मिलिया, इसदे घर रोटी जोगे पैसे नहीं सन, समान नहीं सी, ये ते कई दिन दे भुखे ने। ते मन विच आया क्यों ना मैं अपने वालों कोशिश करा। आप जी ने दाल ते आटा तोल दिया, उस विच थोड़ा जा वाधू पा के ते फड़ाया ना जदों, ते भाई सिंहा जी ने जदों अपना थैला चुकिया ते उत्थे ही रख दिता। कहन लगे भाई साहब ये जेड़ा समान देन लगे जे ना, ये जेड़ा मेरे वास्ते तुसी अपनी दया विच पाई है, मैनू थोड़ी दया दी लोड़ नहीं, मैनू थोड़ी दया दी लोड़ नहीं, मैनू गुरु नानक दा उपदेश मिले ते रब ते मैं भरोसा रखदा, जिन्नी क मेरी कमाई है, जितना क मैं समान रोज खड़ना, मैनू भार दा पता है, अज ये वाधू विच पाता है, जितनी क अपनी दया पाई जे विच कढ़ लो, मैनू थोड़ी दया नहीं चाहिए, मैं किसी बंदे दा दिता नहीं खांदा, मैं रब दा दिता खाना है। उसने मेहनत करन दी जुगत दी, 4 पैसे आए ने, राशन दे दिओ ते मैं चला। तुर गए राशन लेके। पिछे भाई लैना जी चिंता विच ने कि कितना कमाल दा जीवन है, अजे गुरु नानक नूं मेल नहीं सी होया। सोचते है कमाल है, ऐसा भी जीवन हो सकता है। मैं इसलिए उदाहरण दे रहा, ये जेड़ा वचन है कि गुरमुख सहज समाणिया, हर हर मन पाया, जेड़े वाकई गुरमुख हुंदे ने, जेड़े सहज वाले हुंदे ने, जिन्हां दी दरगाह विच कदर पैंदी है, जेड़े इत्थे कमाई करदे वो कैसे हुंदे है। हुण भाई लैना जी मगर मगर तुर गए, छेती छेती दुकान वधा के कि मैं देखा तो सही कि ये थोड़ी जी दाल थोड़े जे आटे नाल घर दे जियां नूं किवें रोटी देणगे। ते जाके ना उन्हां दे घर तो बाहर बार खड़े हो के खड़े ने, सुनदे कन्न ला के भी अंदर की गल हुंदी है। रोटी बनी, दाल बनी, अंदरों एक आवाज़ आती है एक बीबी दी, वो उच्ची आवाज़ मार के कहती है जी प्रशादा तैयार होया है, आओ 3 प्रशादे बने, आपां छकीए बैठ के। ते ये दोनों जी बैठे ने, टुटिया जा दरवाजा है, बाहर भाई लैना जी नज़र मारते ने कि वो दोनों जी अजे बैठे, ते वो घर की सुवाणी आखदी है आ 2 प्रशादे तुसी छक लो, मैं एक छक लैनी आ। वो कहते जी क्यों, तुसी एक क्यों छकना है? कहन लगे इस घर विच 4-5 दिन तो प्रशादा नहीं बनया, ना मैनू चुल्हा जगाना पिया, ना मैनू भांडे मांजने पे, ना मैं कोई काम किया, मैं तो महारानी वांग रही हाँ, तुसी बल्कि बाहर थकदे सो, जांदे सो, कमकार लभदे सी। ठीक है रब ने काम नहीं दिता, पर तुसी मेहनत की, तुहानू रोटी की ज़्यादा लोड़ है, तुसी 2 छक लो, मैं एक छकदी हाँ। जीवन वेखो इस दुनिया विच सिख दा किरदार कैसा होना चाहिए। ते अजे ये दोवें जने गल्लां ही कर रहे सन, एक बंदा आया ते बूआ खड़का के कहंदा बड़ी भुख लगी है, रोटी खवाओ, प्रशादा छकाओ। ये दोनों जी खुश हो गए, ये दोनों उठे, थाल रखिया, एक प्रशादा ते जो दाल सी उन्होंने पा के दिती, नाल खड़े हो गए हाथ जोड़ के, कहंदे सच्चे पातशाह बाबा नानक जी आप जी दा कोटान कोट शुक्र है, तुसी बड़ा तरस कीता है, अज मैनू अपनी जिंदगी विच सारे कर्म जेड़े तुसी हुक्म कीते है वो कमाण दा सुभाग मिलिया, मैं किरत भी कर आया, मैं नाम भी जपिया है, ते मैं हुण वंड के भी छकण लगा। ते ओ जिहड़ा भुखा बंदा सी ना, एक होर बेनती करदे आ इत्थे, जिहड़े भुखे है ना वो किसी दूसरे दी भुख नूं समझदे है, रजिया बंदा भुख नहीं जे समझिया करदा। आपो अपने घरां वल नज़र मार के वेख लो, साडे घर दे डस्टबिन विच किसी दे ब्रैड पिया होएगा जी, एक्सपायर हो गया, ये कई दिन दा पिया जी, ये दाल प्रशादा मैं नहीं खाना, वो सुट दिने आ। पर उन्होंने पुछ के वेख्यो जिहड़े उस डस्टबिन विचों कढ के छकदे आ कि रोटी की कदर की हुंदी है, भुख दी दा दर्द की हुंदा है। बंदा अज ना किते खिड़किया पिया अपने सच्चे मार्ग तो। खैर उसनूं एक प्रशादा दिता, छकिया, ते वो भी सोचदा भी सामने प्लेट विच 2 प्रशादे है, ते ये एक एक खा लैणगे, मैं एक छक लैना। एक छकण तो बाद उठन लगे ते भाई सिंहा जी ने चक के दूजा भी रख दिता, कहंदे जी खोर छक लो। हुण मन विच आया भी दूजा ते छक लेना, हुण तीजा नहीं जे मैं लेना,
ਤੇ ਉਹਨਾਂ ਨੇ ਛੇਤੀ ਨਾਲ ਪ੍ਰਸ਼ਾਦਾ ਛਕਿਆ ਤੇ ਪਲੇਟ ਚੱਕ ਕੇ ਪਾਸੇ ਰੱਖੀ। ਕਹਿੰਦੇ ਵੀ ਗੁਰਮੁਖੋ ਤੁਹਾਡਾ ਬੜਾ ਸ਼ੁਕਰ ਹੈ, ਤੁਸੀਂ ਮੈਨੂੰ ਭੁੱਖੇ ਨੂੰ ਰਜਾਇਆ, ਰੱਬ ਤੁਹਾਡਾ ਭਲਾ ਕਰੇ, ਜਿਸ ਨੂੰ ਮੰਨਦੇ ਹੋ ਤੁਹਾਡੇ ਤੇ ਰਹਿਮਤਾਂ ਕਰੇ। ਇਹ ਬੋਲ ਬੋਲਦਾ ਬਾਹਰ ਚਲਾ ਗਿਆ। ਇਹਨਾਂ ਦੋਨਾਂ ਜੀਆਂ ਨੇ ਉਹ ਇੱਕ ਪ੍ਰਸ਼ਾਦਾ ਅੱਧਾ ਅੱਧਾ ਵੰਡ ਕੇ ਛਕਿਆ। ਤਾਂ ਭਾਈ ਲਹਿਣਾ ਜੀ ਆ ਗਏ ਅੰਦਰ ਤੇ ਕਹਿੰਦੇ ਪਿਆਰਿਆ, ਇਹ ਸਬਰ, ਇਹ ਧੀਰਜ, ਇਹ ਸੰਤੋਖ ਕਿੱਥੋਂ ਲਿਆ? ਕਹਿੰਦੇ ਗੁਰੂ ਨਾਨਕ ਤੋਂ ਲਿਆ। ਇਹ ਮੈਨੂੰ ਗੁਰੂ ਨਾਨਕ ਦੇ ਕਲਾਮ ਨੇ, ਉਪਦੇਸ਼ ਨੇ ਸੰਤੋਖ ਦਿੱਤਾ ਹੈ। ਤੇ ਮੈਂ ਬੇਨਤੀ ਕਰਾਂ, ਆਪਾਂ ਮੱਥਾ ਟੇਕਦੇ ਹਾਂ ਗੁਰੂ ਨਾਨਕ ਨੂੰ ਰੋਜ਼। ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਦੀ ਜੋਤ ਹੈ? 10 ਪਾਤਸ਼ਾਹੀਆਂ ਦੀ ਜੋਤ ਹੈ ਨਾ। ਪਰ ਕਮਾਲ ਇਹ ਹੈ ਕਿ ਜਪਜੀ ਵੀ ਪੜ੍ਹ ਲੈਂਦੇ ਆ ਪਰ ਸੰਤੋਖ ਨਹੀਂ ਆਇਆ, ਕਿਉਂਕਿ ਸਾਨੂੰ ਅਸਲ ਵਿੱਚ ਸੁਖ ਸਾਧਨਾ ਚੋਂ ਲੈਣ ਦੀ ਆਦਤ ਪੈ ਗਈ। ਗੁਰੂ ਦੇ ਉਪਦੇਸ਼ ਚੋਂ ਸੁਖ ਨਹੀਂ ਅਸੀਂ ਲੋਚਦੇ, ਤੇ ਜਦੋਂ ਤੱਕ ਉਹ ਸੁਖ ਨਹੀਂ ਮਿਲੇਗਾ ਉਦੋਂ ਤੱਕ ਸਾਨੂੰ ਉਸ ਮਾਲਕ ਦੇ ਘਰ ਵਿੱਚ ਸ਼ੋਭਾ ਨਹੀਂ ਮਿਲ ਸਕਦੀ। ਇਹ ਅੱਜ ਦਾ ਇਹ ਵਿਸ਼ਾ ਹੈ। ਦੇਖੋ, ਗੁਰਮੁਖ ਸਹਿਜ ਸਮਾਣੀਆਂ, ਹਰ ਹਰ ਮਨ ਭਾਇਆ। ਤੇ ਇਸ ਲਈ ਆਪਣੇ ਮਨ ਨੂੰ ਸੰਬੋਧਨ ਕਰੋ। ਆਨੰਦ ਸਾਹਿਬ ਪੜਿਆ ਜਾਣਾ, ਹੁਣ ਨਿਤਨੇਮ ਵਿੱਚ ਵੀ ਪੜਦੇ ਆ। ਮਨ ਨੂੰ ਸੰਬੋਧਨ ਕਰਦੇ ਆ ਨਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ। तू सदा रहो हर नाले, तू सदा रहो हर नाले, तू ਇਹ ਆਪਾਂ ਮਨ ਨੂੰ ਸਮਝਾਣਾ ਹੈ, ਕਿਉਂਕਿ ਗੁਰੂ ਅਮਰਦਾਸ ਸਾਹਿਬ ਸਮਝਾਉਣ ਦੀ ਜੁਗਤ ਦੇ ਰਹੇ ਹੈ। ਅੱਜ ਇੱਥੇ ਵੀ ਗੁਰੂ ਅਮਰਦਾਸ ਸਾਹਿਬ ਹੀ ਬੋਲ ਰਹੇ ਹੈ। ਅਸੀਂ ਖਾਣੇ ਆ, ਮੇਰਾ ਮਨ ਕੀਤਾ ਮੈਂ ਖਾ ਲਿਆ, ਮੇਰਾ ਮਨ ਕੀਤਾ ਮੈਂ ਪਾ ਲਿਆ, ਮੇਰਾ ਮਨ ਕੀਤਾ ਮੈਂ ਘੁੰਮਣ ਚਲਾ ਗਿਆ, ਹਰ ਗੱਲ ਮਨ ਦੀ ਮੰਨਦੇ ਆ। ਤੇ ਗੁਰੂ ਬਾਬਾ ਜੀ ਕਹਿੰਦੇ ਉਹ ਭਲਿਆ ਸਾਰੀ ਜ਼ਿੰਦਗੀ ਮਨ ਦੀ ਮੰਨਦਾ, ਕਿਤੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਆ ਕੇ ਆਪਣੇ ਮਨ ਨੂੰ ਇੱਕੋ ਗੱਲ ਮਨਾ ਲੈ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਮੈਂ ਸਦਾ ਤੇਰੀ ਗੱਲ ਮੰਨੀ, ਤੂੰ ਇੱਕ ਵਾਰੀ ਗੁਰੂ ਕੋਲ ਆ ਕੇ ਮੇਰੀ ਇਹ ਬੇਨਤੀ ਸੁਣ ਤੇ ਗੁਰੂ ਦਾ ਉਪਦੇਸ਼ ਮੰਨ ਲੈ। ਗੁਰੂ ਦਾ ਉਪਦੇਸ਼ ਕੀ ਹੈ? ਕਹਿੰਦੇ ਆਪੇ ਹੀ ਪ੍ਰਭ ਦੇ ਮਤ, ਮਨ ਦੀ ਨਹੀਂ ਮੈਂ ਸੁਣਨੀ, ਮੈਨੂੰ ਮੇਰਾ ਗੁਰੂ ਮਤ ਬਖਸ਼ਦਾ ਹੈ, ਹਰ ਨਾਮ ਤੇ ਆਈ ਹੈ, ਤੇ ਜਿਨ੍ਹਾਂ ਨੂੰ ਮਤ ਦਿੰਦਾ ਉਹੀ ਨਾਮ ਜਪਦੇ ਆ। ਫਿਰ ਇਸ ਲਈ ਹੁਕਮ ਹੈ ਨਾ ਗੁਰੂ का, गुर की मत तू लेहे ए आने, भगत बिना बहुत डूबे सियाने। बिना गुरु दी मत तो रस्ता नहीं जे सच दा लभदा। इस करके आपे ही प्रभ देह मत, हर नाम ते आई है, वड भागी सतगुर मिलै, मुख अमृत पाई है। जेड़ा सच्चे रब नाल जोड़दा है वो गुरु है, ते गुरु किस नूं मिलदा है? वडभागियां नूं। आप जी जुड़े हो ना गुरु ग्रंथ साहब कोल, मत्था टेकिया ना सच्चे पातशाह महाराज नूं। ये तो एक बाहरला ते गुरु मिलन दा तरीका है, जो गुर कहे सोई भल मानो। गुरु नूं मिलन दा ढंग है, अपने गुर मिल रही है, अमृत गई है। हुण मैं सारा दिन गुरु ग्रंथ साहब की ताबिया बैठा, मैं सारा दिन चोर साहब की सेवा करा, सारा दिन चोर बरदारी करन तो बाद शामां नूं जाके मैं मान दियां हंकार दियां ते ओ गल्लां ते ओ कर्म करां जिहड़े गुरु नूं भाउंदे कोई नहीं। ते खिमा करियो, मेरा कीता होया किते प्रवान नहीं होना। गुरु नूं मनण दा, गुरु दे हुकम विच जुड़न दा तरीका है जिहड़ा गुरु दे बोलां नूं कमा जांदा है। नहीं ते प्रिथी चंद जी भी नाल ही रहिंदे है ते गुरु अर्जन साहब भी नाल ही रहिंदे है। गुरु रामदास साहब पातशाह दी उस परिवार विच, उस घर विच दोनों ही पुत्र ने, पर एक किथे है ते एक किथे है। एक ने गुरु की गल मन्नी ते एक ने गुरु नूं मनाना चाहया। एक कहंदा मेरी मनो जी, जे मैं ना होवां ते संगत नूं कौन देखेगा। बस यही कारण है कि सानू गुरु की प्राप्ति सही ढंग विच नहीं हो पा रही। असी बाहरों गुरु को लाने आ, बाहरों भी चले जाने आ। खिमा करियो, जदों तक अंदर रब नहीं, जदों तक उसका प्यार नहीं,
ਉਦੋਂ ਤੱਕ ਕੁਛ ਨਹੀਂ ਜੇ ਮਿਲਦਾ। ਦੋ ਤਰੀਕੇ ਨੇ ਰੱਬ ਦੇ ਰਸਤੇ ਤੇ ਜੀਵਨ ਨੂੰ ਮਨੁੱਖ ਆਪਣੇ ਨੂੰ ਦੁਨਿਆਵੀ ਰੂਪ ਵੀ ਸਵਾਰਦਾ ਹੈ ਤੇ ਅਧਿਆਤਮਿਕਤਾ ਵਿੱਚ ਵੀ ਸਵਾਰਦਾ ਹੈ। ਜਿੱਥੇ ਕੇਵਲ ਮਤ ਚਲਦੀ ਹੈ ਨਾ ਸਾਡੀ, ਉੱਥੇ ਚਲੀਏ ਹੋਣਗੇ। ਜਿੱਥੇ ਮਤ ਚਲਦੀ ਹੈ ਉੱਥੇ ਦਿਖਾਵੇ ਦੇ ਕਰਮ ਹੋਣਗੇ। ਜਿੱਥੇ ਮਨ ਦੀ ਪ੍ਰੀਤ ਗੁਰੂ ਨਾਲ ਪਏਗੀ, ਕਿਉਂਕਿ ਰੱਬ ਨਾ ਦਿਲ ਦਾ ਮਨ ਦਾ ਵਿਸ਼ਾ ਬਣ ਜਾਏਗਾ। ਫਿਰ ਦਿਮਾਗ ਵਿੱਚ ਚਤੁਰਾਈਆਂ ਨੇ, ਦਿਮਾਗ ਵਿੱਚ ਸਿਆਣਪਾਂ ਨੇ ਤੇ ਮਨ ਭੋਲਾ ਹੈ। ਇਸ ਕਰਕੇ ਆਪਣੇ ਮਨ ਨੂੰ ਗੁਰੂ ਕੋਲ ਲਿਆਉਣਾ। ਮਨ ਕਰ ਕਬੂ ਨਾ ਹਰ ਗੁਣ ਗਾਇਓ। ਮਨ ਕਰਕੇ ਨਹੀਂ ਨਾ ਜੁੜਿਆ, ਕਾਰਨ ਤੇ ਇਹ ਹੈ। ਦਿਲੋਂ ਮੁਹੱਬਤ ਜਿਨ ਸਹੀ ਸੱਚੇ ਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਆਪਣੇ ਮਨ ਨੂੰ ਗੁਰੂ ਚਰਨਾਂ 'ਚ ਟਿਕਾਉਣਾ ਹੈ, ਫਿਰ ਬਰਕਤ ਹੋਵੇਗੀ। ਹੋਮੈ ਦੁਬਦਾ ਬਿਨਸ ਜਾਏ ਸਹਜੇ ਸੁਖ ਸਮਾਈਐ। ਫਿਰ ਹੋਮੈ ਮਿਟ ਜਾਏਗੀ, ਕਿਉਂਕਿ ਪਤਾ ਲੱਗ ਜਾਏਗਾ ਕਰਤਾ ਕਰੀਮ ਸੋਈ, ਰਾਜ਼ਕ ਰਹੀਮ ਹੋਈ, ਦੂਸਰ ਨਾ ਭੇਦ ਕੋਈ, ਭੂਲ ਬ੍ਰਹਮ ਮਾਨਵ। ਸਹਿਜ ਤਾਂ ਹੀ ਆਏਗਾ ਨਾ, ਦੁਬਦਾ ਤਾਂ ਹੀ ਨਸੇਗੀ। ਅੱਜ ਤੇ ਦੁਬਦਾ ਹੈ ਕਿ ਮੈਂ ਕੀਤਾ, ਅਸੀਂ ਕਰਦੇ ਹਾਂ, ਸਾਡੇ ਤੋਂ ਬਿਨਾ ਕਿਵੇਂ ਹੋ ਸਕਦਾ ਹੈ। ਪਰ ਕਦੇ ਮੁਹੰਮਦ ਇਕਬਾਲ ਦੀ ਗੱਲ ਮੈਂ ਬੜੀ ਵਾਰੀ ਇੱਥੋਂ ਵੀ ਸਾਂਝੀ ਕੀਤੀ ਹੈ। ਮੁਹੰਮਦ ਇਕਬਾਲ ਸੂਫਿਆਨਾ ਅੰਦਾਜ਼ ਵਿੱਚ ਇੱਕ ਵਾਰਤਕ ਗੱਲ ਲਿਖਦੇ ਆ ਬੜੇ ਪਿਆਰ ਨਾਲ। ਉਹ ਕਹਿੰਦੇ ਨੇ ਇੱਕ ਬੰਦਾ ਖੁਦਾ ਨਾਲ ਲੜਾਈ ਪਿਆ ਕਰਦਾ ਹੈ। ਖੁਦਾ ਨੂੰ ਕਹਿੰਦਾ ਹੈ ਕਿ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਲੋਕ ਤੈਨੂੰ ਸਿਜਦੇ ਕਰਦੇ ਐ, ਤੇਰਾ ਨਾਮ ਜਪਦੇ ਐ, ਤੇ ਦੁੱਖ ਇਸ ਗੱਲ ਦਾ ਹੁੰਦਾ ਵੀ ਮੈਂ ਵੀ ਬੜਾ ਕੁਝ ਕਰਦਾ, ਮੈਨੂੰ ਨਹੀਂ ਜਪਦੇ। ਤੇ ਆਕਾਸ਼ਬਾਣੀ ਹੋ ਗਈ, ਇਲਹਾਮ ਹੋਇਆ ਕਿ ਜੇ ਤੇਰੇ ਮਨ ਵਿੱਚ ਤੇ ਮੇਰੇ ਸ਼ਰੀਕੇ ਦੀ ਗੱਲ ਹੈ ਤੇ ਮੈਨੂੰ ਦੱਸ ਵੀ ਤੂੰ ਕੀ ਕਰਦਾ ਹੈ। ਤੇ ਬੰਦਾ ਗਿਣਾਉਣ ਲੱਗ ਪਿਆ, ਕਹਿੰਦਾ ਰੱਬ ਜੀ ਤੁਸੀਂ ਪਹਾੜ ਬਣਾਏ, ਮੈਂ ਪਹਾੜਾਂ ਵਿੱਚੋਂ ਦੀ ਰਸਤੇ ਲੰਘਾ ਲਏ। ਤੂੰ ਦਰਿਆ ਬਣਾਏ, ਮੈਂ ਦਰਿਆਵਾਂ ਤੇ ਸਿਆਣਪ ਵਰਤੀ ਪੁਲ ਬਣਾ ਕੇ ਕਿਨਾਰੇ ਨੇੜੇ ਕਰ ਲਏ। ਤੂੰ ਪੱਥਰ ਬਣਾਇਆ, ਮੈਂ ਵਿੱਚੋਂ ਸ਼ੀਸ਼ਾ ਕੱਢ ਲਿਆ। ਤੂੰ ਲੱਕੜ ਪੇੜ ਬਣਾਏ, ਮੈਂ ਸੋਹਣਾ ਫਰਨੀਚਰ ਬਣਾਇਆ। ਇਹ ਰੱਬ ਜੀ ਹੱਸ ਕੇ ਕਹਿੰਦੇ ਵਾਕਈ ਵੀ ਜੋ ਤੂੰ ਬੋਲ ਰਿਹਾ ਹੈ, ਜੋ ਤੇਰੀ ਸੋਚ ਹੈ ਵਾਕਈ ਬਹੁਤ ਅੱਛੀ ਹੈ। ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ, ਜੇ ਪਹਾੜ ਨਾ ਹੁੰਦੇ, ਜੇ ਪੱਥਰ ਨਾ ਹੁੰਦਾ, ਜੇ ਲੱਕੜ ਨਾ ਹੁੰਦੀ, ਜੇ ਦਰਿਆ ਨਾ ਹੁੰਦੇ, ਤੂੰ ਫੇਰ ਕੀ ਕਰਦਾ? ਚੱਲ ਜੇ ਫੇਰ ਵੀ ਕੋਈ ਅਹੰਕਾਰ ਦੀ ਗੱਲ ਹੈ ਤੇ ਮੈਨੂੰ ਸਵਾਲ ਦਾ ਜਵਾਬ ਦੇ, ਜੇ ਮੈਂ ਤੈਨੂੰ ਨਾ ਬਣਾਉਂਦਾ ਫੇਰ ਤੂੰ ਕੀ ਕਰਦਾ? ਸਾਨੂੰ ਰੱਬ ਨੇ ਬਣਾਇਆ, ਪੜ੍ਹੀ ਜਾ ਰਹੇ ਹਾਂ। ਰਮਈਆ ਕੇ ਗੁੰਚੇਤ ਪਰਾਨੀ, ਕਵਨ ਮੂਲ ਤੇ ਕਵਨ ਦਿਸ਼ਟਾਨੀ, ਜਿੰਤੂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਪਰ ਹੋਮੈ ਫੇਰ ਖੜੀ ਹੈ, ਮੈਂ ਕੀਤਾ, ਅਸੀਂ ਕਰਦੇ ਹਾਂ, ਸਾਡੇ ਤੋਂ ਬਿਨਾ ਨਹੀਂ ਹੋਣਾ। ਫਿਰ ਰੱਬ ਕਿਵੇਂ ਮਿਲੇਗਾ? ਪ੍ਰੀਤਮ ਹੈ ਪਰ ਨਹੀਂ ਮਿਲ ਰਿਹਾ, ਨੇੜੇ ਹੈ ਪਰ ਨਹੀਂ ਨਜ਼ਰ ਆ ਰਿਹਾ। ਸਭ ਆਪੇ ਆਪ ਵਰਤਦਾ, ਆਪੇ ਨਾਏ ਲਾਈ ਹੈ। ਪਰ ਜਿਨ੍ਹਾਂ ਤੇ ਉਹ ਤਰਸ ਕਰ ਦਿੰਦਾ, ਹੁਕਮ ਮੰਨਣ ਵਾਲਿਆਂ ਤੇ, ਉਹਨਾਂ ਨੂੰ ਆਪਣੀ ਨਾਲ ਜੋੜ ਲੈਂਦਾ, ਆਪ ਹੀ ਪ੍ਰਗਟ ਹੋ ਜਾਂਦਾ ਹੈ। ਮਨਮੁਖ ਗਰਭ ਨਾ ਪਾਇਓ ਅਗਿਆਨ ਇਆਣੇ। ਜਿਹੜੇ ਮਨਮੁਖ ਨੇ ਉਹ ਅਹੰਕਾਰ ਵਿੱਚ ਨੇ, ਗਰਭ ਵਿੱਚ ਨੇ, ਉਹਨਾਂ ਨੂੰ ਰੱਬ ਨਹੀਂ ਮਿਲਦਾ, ਕਿਉਂਕਿ ਉਹ ਗੁਰੂ ਦੇ ਨੇੜੇ ਨਹੀਂ ਜਾਂਦੇ, ਉਹਨਾਂ ਕੋਲ ਗਿਆਨ ਨਹੀਂ ਹੈ। ਸਤਿਗੁਰ ਸੇਵਾ ਨਾ ਕਰਹਿ ਫਿਰ ਪਛਤਾਣੇ। ਉਹ ਗੁਰੂ ਦੀ ਸੇਵਾ ਨਹੀਂ ਕਰਦੇ, ਗੁਰੂ ਦੇ ਹੁਕਮ ਵਿੱਚ ਨਹੀਂ ਚੱਲਦੇ, ਉਹਨਾਂ ਦੀ ਜ਼ਿੰਦਗੀ 'ਚ ਮੁੜ ਪਛਤਾਵਾ ਰਹਿੰਦਾ ਹੈ। ਗਰਭ ਜੋਨੀ ਵਾਸ ਪਾਏਂਦੇ, ਗਰਭੇ ਗਲ ਜਾਣੇ। ਉਹ ਗਰਭ ਜੂਨ ਵਿੱਚ ਹੀ ਰਹਿੰਦੇ ਨੇ। ਗਰਭ ਜੂਨ ਕੀ? ਆਵਾਗਮਨ ਬਣਿਆ ਰਹਿੰਦਾ ਹੈ। ਉਹਨਾਂ ਦਾ ਜਨਮ ਹੁੰਦਾ ਹੈ, ਉਹਨਾਂ ਦੀ ਫਿਰ ਮੌਤ ਹੋ ਜਾਂਦੀ ਹੈ, ਉਹ ਜੂਨਾਂ ਬਦਲੀ ਜਾਂਦੇ ਨੇ। ਉਹ ਫਿਰ ਰੱਬ ਵਿੱਚ ਅਭੇਦ ਨਹੀਂ। ਅਭੇਦ ਕੌਣ ਹੈ? ਗੁਰਮੁਖ ਜਨਮ ਸਵਾਰ ਦਰਗਾਹ ਚਲਿਆ। ਪ੍ਰਵਾਨ ਕੌਣ ਹੈ? ਜਿਨ੍ਹਾਂ ਨੇ ਸੇਵਿਆ ਹੈ, ਸਿਮਰਿਆ ਹੈ, ਉਹ ਕਬੂਲ ਪੈ ਗਏ, ਉਹ ਅਭੇਦ ਹੋ ਗਏ। ਜਿਨ੍ਹਾਂ ਨੇ ਨਾਮ ਧਿਆਇਆ, ਹੁਕਮ ਕਮਾਇਆ। ਤੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਕਰਤੇ ਐਵੇਂ ਭਾਵਦਾ ਮਨਮੁਖ ਪਰਮਾਣੇ। ਮੇਰੇ ਰੱਬ ਜੀ ਨੂੰ ਇਹੀ ਰੀਤ ਭਾਉਂਦੀ ਹੈ ਕਿ ਜਿਹੜੇ ਮਨਮੁਖ ਨੇ ਉਹ ਜਨਮ ਮਰਨ ਵਿੱਚ ਹੀ ਪਏ ਰਹਿਣਗੇ। ਕਿਉਂਕਿ ਅਸੰਖ ਚੋਰ ਹਰਾਮਖੋਰ ਵੀ ਨੇ, ਅਸੰਖ ਗਲਵੜ ਹੱਤਿਆ ਕਮਾਈ, ਅਸੰਖ ਪਾਪੀ ਪਾਪ ਕਰ ਜਾਏ, ਉਹ ਇਸ ਰਸਤੇ ਪੈ ਜਾਂਦੇ। ਉਹ ਫਿਰ ਨਾਮ ਦੇ ਮਾਰਗ ਤੇ ਨਹੀਂ ਚੱਲਦੇ, ਜਿਸ ਕਾਰਨ ਉਹਨਾਂ ਦੀ ਜ਼ਿੰਦਗੀ ਨੂੰ ਖੁਆਰੀ ਮਿਲਦੀ। ਹਰ ਬਿਨ ਬੈਲ ਬਿਰਾਨੀ ਹੋਈ ਹੈ, ਜੂਨਾ ਦਾ ਚੱਕਰ ਹੈ।
रब दी इबादत तो बिना ख्वार, इस करके मेरे हर प्रभ लेख लिखाया, धुर मस्तक पूरा। मेरे करते ने दरगाह तो एक सच्चा लेख जीवां दे उत्ते पाया है। वो लेख है जिहड़े गुरमुख ने वो अभेद होणगे। ये पूरा लेख है, ये पूरन अटल सच्चाई भाव लिखी है। हर हर नाम ते आया भेटिया गुरसूरा। जिन्हों पूरा गुरु सूरमा गुरु मिलिया वो हरि का जाप करते ने, वो फिर परमेश्वर विच भी अभेद होंदे ने, क्योंकि गुरु मिलन की देर है। जिन्होंने गुरु मिलता है, शब्द पढ़ते हैं ना, जैसा सतगुर सुनी दा तैसो ही मैं डीठ, विछड़िया मेले प्रभु हर दरगाह का बसीठ। अकाल पुरख वाहिगुरु जी नू मिलाण वाला बसीठ दा आखरी अर्थ विचोला, वकील। हरी दरगाह दा विचोला, रब दे घर दा विचोला कौन है? सतगुरु। हर नामो मंत्र दृढ़ाएं दा कट्टे होमै रोग, वो वाहिगुरु दा नाम जपाउंदे ने ते होमै दे रोग कटदे है। नानक सतगुर तिन्हां मिलाया, जिन्हां धुरे पया संजोग। कहंदे हे नानक सच्चा सतगुरु ते उन्हां नूं ही मिलदा है जिन्हां नूं रब ने मस्तक पूरा लेख धुरों पाया है, वो गुरु को आंदे है। आखिरी पंक्तियां ने, मेरा पिता माता हर नाम है, हर बंदप बीरा। जो गुरमुख हो गए, जेड़े गुरु के हुक्म भी आ गए, सतगुरु कहते ने उन्हां दी अवस्था है। वो कहते मेरा पिता भी, मेरी माता भी, मेरा बंदप रिश्तेदार, मेरा वीर, सब कुछ वाहिगुरु ते उसका नाम है। मेरा पिता माता हर नाम है, हर बंदप बीरा, हर हर बख्श मिलाए प्रभ जन नानक कीरा। कीरा शब्द का अर्थ है कीड़ा, ते कीड़े का भाव इत्थे लिया निमाना, बहुत आजिज, बहुत नीवा, बहुत निक्का, बहुत छोटा। कहते नानक गरीब, नानक बहुत छोटे पद्धर ते खड़दा है, माड़ा है, पर मालिका मैनू भरोसा है कि तू मिला लेना है अपने नाल, बख्श लेना है ते जोड़ लेना है, कृपा कर। एहो जी अरदास करिए निमाणे हो के। होए निमाना ढह पवै दरगाह मान, निमाणो पावै, वो अवस्था बाबा जी दे रहे ने। सो सतगुरु कृपा करन, मेहरामत करन साडे ते। जो अज दा ये पावन शब्द है, जिस दा केंद्री भाव कि ससुरै पई है पिर वसै कौ कितबिद पाई है, वो वस रिया नाल मिलेगा किवें? गुरु वाले बनो, अमृत छको, नितनेमी होवो, अमृत बाणी का पाठ सहज पाठ करो, आप बाणी नूं समझण दी कोशिश करो, और जितना गुरु नाल प्यार बनता जाएगा तिवें तिवें उसकी गलवकड़ी खुलेगी ते सानू अपने नाल जोड़ेगा। और जिहड़ा गुरु की गोद आया वो प्रवान हो जाता है। सतगुरु कृपा करन, मेरामत करन, साडा जन्म साडा जीवन ताही सकारत है। इतने बचन प्रवान करने, होइयां बेअंत भुलां ना चितारनियां। फतेह दी सांझ पाओ जी। वाहिगुरु जी का खालसा, वाहिगुरु जी की फतेह। वाहिगुरु जी। राम कली महला तीजा। आनंद एक ओंकार सतगुर प्रसाद। आनंद पया मेरी माए, सतगुरु मैं पाया। राग रतन पुरवार परियां, शब्द गावण आईयां। कहे नानक नंद हुआ, सतगुरु मैं पाया। हर नाल रहो तू मन मेरे, दुख सब विसारना। सबना गल्लां समरत सुआमी, सो क्यों मनो विसारे।
ਸਾਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਦਾ ਸਿਫਤ ਸਲਾਹ ਤੇਰੀ ਨਾਲ ਮਨ ਵਸਾਵੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ। ਕਰ ਸਾਤ